ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮਿਲ USA ਟੀਵੀ ਤੇ ਮੈਂ ਸੁਰਭੀ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ ਹੈ ਜੀ। ਪੇਸ਼ ਆਂ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਨਾਗਰਿਕਤਾ ਦੇ ਨਵੇਂ ਰਸਤਿਆਂ ਦੀ ਪੜਚੋਲ ਵੀਜ਼ਾ ਲਈ ਔਸਤ ਉਡੀਕ ਸਮਾਂ 2.8 ਸਾਲਾਂ ਤੋਂ ਦੁੱਗਣਾ ਹੋ ਕੇ 5.6 ਸਾਲ ਹੋਇਆ। 1 ਮਹੀਨੇ ਤੱਕ ਚੱਲ ਸਕਦੀ ਹੈ ਈਰਾਨ ਦੇ ਨਾਲ ਜੰਗ। ਮਿਡਲ ਈਸਟ 'ਚ ਤਣਾਅ ਦੌਰਾਨ ਟਰੰਪ ਦਾ ਵੱਡਾ ਬਿਆਨ। ਈਰਾਨ ਟਕਰਾਅ ਕਾਰਨ ਹਜ਼ਾਰਾਂ ਉਡਾਨਾਂ ਰੱਦ, ਵਿਸ਼ਵਵਿਆਪੀ ਹਵਾਈ ਯਾਤਰਾ ਪ੍ਰਭਾਵਿਤ। ਈਰਾਨ 'ਚ ਵੈਨਜ਼ੂਏਲਾ ਮਾਡਲ ਲਾਗੂ ਕਰਨਾ ਚਾਹੁੰਦੇ ਹਨ ਡੋਨਾਲਡ ਟਰੰਪ। ਸੁਪਰੀਮ ਲੀਡਰ ਲਈ ਸੁਝਾਏ 3 ਨਾਮ। ਈਰਾਨੀ ਹਮਲਿਆਂ ਵਿੱਚ 3 ਅਮਰੀਕੀ ਫੌਜੀ ਹੋਏ ਹਲਾਕ। ਅਮਰੀਕੀ ਹਮਲੇ 'ਚ IRGC ਹੈੱਡਕੁਆਰਟਰ ਤਬਾਹ। US ਸੈਂਟਰਲ ਕਮਾਂਡ ਬੋਲੀ ਸੱਪ ਦਾ ਸਿਰ ਵੱਢ ਦਿੱਤਾ ਗਿਆ। ਹੁਣ ਇਹਨਾਂ ਖਬਰਾਂ ਦਾ ਵਿਸਥਾਰ। 1990 ਦੇ ਇਮੀਗ੍ਰੇਸ਼ਨ ਐਕਟ ਅਧੀਨ ਵੀਜ਼ਾ ਕੋਟਾ ਪ੍ਰਣਾਲੀ ਦੀ ਸ਼ੁਰੂਆਤ ਤੋਂ ਬਾਅਦ ਵੀਜ਼ਾ ਲਈ ਔਸਤ ਉਡੀਕ ਸਮਾਂ 2.8 ਸਾਲਾਂ ਤੋਂ ਦੁੱਗਣਾ ਹੋ ਕੇ 5.6 ਸਾਲ ਹੋ ਗਿਆ। 2025 ਵਿੱਚ ਬੈਕਲੌਗ 11.3 ਮਿਲੀਅਨ ਦੇ ਰਿਕਾਰਡ ਉੱਚੇ ਪੱਧਰ ਤੇ ਪਹੁੰਚਣ ਦੇ ਨਾਲ ਘੱਟੋ-ਘੱਟ 6,75,000 ਸੰਭਾਵੀ ਪ੍ਰਵਾਸੀਆਂ ਦੇ ਵੀਜ਼ਾ ਪ੍ਰਵਾਨਗੀ ਦੀ ਉਡੀਕ ਕਰਦੇ ਹੋਏ ਮਰਨ ਦੀ ਉਮੀਦ ਹੈ। ਸਿੱਟੇ ਵਜੋਂ ਨਾਗਰਿਕਤਾ ਦੇ ਮੌਜੂਦਾ ਮਾਰਗਾਂ ਅਤੇ ਸੰਭਾਵਿਤ ਸੁਧਾਰਾਂ ਦੇ ਵਿਸ਼ਲੇਸ਼ਣ ਜਨਤਕ ਅਤੇ ਕਾਂਗਰਸ ਦੀ ਕਾਰਵਾਈ ਨੂੰ ਜਾਰੀ ਰੱਖਦੇ ਹਨ। ਧਿਆਨ ਦੇ ਨਾਲ ਜਾਂਚ ਕਰਨ ਤੇ 5.6 ਸਾਲ ਦਾ ਔਸਤ ਪ੍ਰੋਸੈਸਿੰਗ ਸਮਾਂ ਵੀਜ਼ਾ ਦੀ ਕਿਸਮ ਦੇ ਆਧਾਰ ਤੇ ਬਹੁਤ ਬਦਲਦਾ ਹੈ। ਉਦਾਹਰਨ ਵਜੋਂ ਕੁਝ ਸਭ ਤੋਂ ਘੱਟ ਉਡੀਕ ਸਮੇਂ ਕੰਪਨੀ ਦੁਆਰਾ ਸਪਾਂਸਰ ਕੀਤੇ EB3 ਵੀਜ਼ਾ ਲਈ ਹਨ, ਜਿਨ੍ਹਾਂ ਦੇ ਵਿੱਚ ਲਗਭਗ 2 ਸਾਲ ਲੱਗਦੇ ਹਨ। ਦੂਜੇ ਪਾਸੇ ਕੁਝ ਵੀਜ਼ਾ ਸ਼੍ਰੇਣੀਆਂ ਜਿਵੇਂ ਕਿ ਪਰਿਵਾਰ ਦੁਆਰਾ ਸਪਾਂਸਰ ਕੀਤੇ ਗਏ F3 ਵੀਜ਼ਾ ਲਈ ਉਡੀਕ ਸਮਾਂ 21 ਸਾਲ ਤੋਂ ਵੱਧ ਹੋ ਸਕਦਾ ਹੈ। ਜਿਵੇਂ ਕਿ ਵੀਜ਼ਾ ਬਿਨੇਕਾਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ। 2024 ਦੀ ਗੱਲ ਕੀਤੀ ਜਾਏ ਤਾਂ ਇਸ ਵਿੱਚ 34 ਮਿਲੀਅਨ ਬਿਨੇਕਾਰਾਂ ਤੱਕ ਪਹੁੰਚ ਗਈ। ਨਾਗਰਿਕਤਾ ਲਈ ਵਧੇਰੇ ਕੁਸ਼ਲ ਮਾਰਗਾਂ ਦੇ ਪ੍ਰਸਤਾਵਾਂ ਨੇ ਜਨਤਕ ਦਿਲਚਸਪੀ ਨੂੰ ਵਧਾ ਦਿੱਤਾ ਹੈ। ਅਜਿਹਾ ਹੀ ਇੱਕ ਰਸਤਾ 28 ਅਗਸਤ 2025 ਨੂੰ ਸੈਨੇਟਰ ਐਲੈਕਸ ਪੈਡੇਲਾ ਦੁਆਰਾ ਪ੍ਰਸਤਾਵਿਤ 1929 ਦੇ ਇਮੀਗ੍ਰੇਸ਼ਨ ਐਕਟ ਦੇ ਰੀਨਿਊਇੰਗ ਇਮੀਗ੍ਰੇਸ਼ਨ ਪ੍ਰੋਵੀਜ਼ਨਸ ਹੈ। ਜੇਕਰ ਪਾਸ ਹੋ ਜਾਂਦਾ ਹੈ ਤਾਂ ਇਹ ਬਿੱਲ 11 ਮਿਲੀਅਨ ਤੋਂ ਵੱਧ ਪ੍ਰਵਾਸੀਆਂ ਨੂੰ ਨਾਗਰਿਕਤਾ ਦੀ ਪੇਸ਼ਕਸ਼ ਕਰ ਸਕਦਾ ਹੈ ਜੋ ਆਪਣੀ ਵੀਜ਼ਾ ਪ੍ਰਵਾਨਗੀ ਦੀ ਉਡੀਕ ਕਰ ਰਹੇ ਹਨ। ਇਸ ਬਿੱਲ ਦਾ ਉਦੇਸ਼ 1929 ਦੇ ਇਮੀਗ੍ਰੇਸ਼ਨ ਐਕਟ ਦੇ ਰਜਿਸਟਰੀ ਕਾਨੂੰਨ ਵਿੱਚ ਦਰਸਾਈ ਗਈ ਦਾਖਲੇ ਦੀ ਮਿਤੀ ਦੀ ਜ਼ਰੂਰਤ ਨੂੰ ਸੋਧਣਾ ਹੈ। ਸ਼ੁਰੂ ਦੇ ਵਿੱਚ ਰਜਿਸਟਰੀ ਕਾਨੂੰਨ ਉਹਨਾਂ ਲੋਕਾਂ ਨੂੰ ਨਾਗਰਿਕਤਾ ਦੀ ਪੇਸ਼ਕਸ਼ ਕਰਦਾ ਸੀ ਜੋ 1924 ਤੋਂ ਪਹਿਲਾਂ ਅਮਰੀਕਾ ਵਿੱਚ ਦਾਖਲ ਹੋਏ ਸਨ ਪਰ ਅਧਿਕਾਰਤ ਕਾਗਜ਼ਾਤ ਦੀ ਘਾਟ ਸੀ। ਹਾਲਾਂਕਿ 1986 ਦੇ ਵਿੱਚ ਰੋਨਾਲਡ ਰੀਗਨ ਨੇ ਇਮੀਗ੍ਰੇਸ਼ਨ ਸੁਧਾਰ ਅਤੇ ਨਿਯੰਤਰਣ ਐਕਟ ਰਾਹੀਂ ਕਾਨੂੰਨ ਵਿੱਚ ਸੋਧ ਕੀਤੀ, ਜਿਸ ਨੂੰ 1 ਜਨਵਰੀ 1972 ਤੋਂ ਪਹਿਲਾਂ ਸੰਯੁਕਤ ਰਾਜ ਵਿੱਚ ਦਾਖਲ ਹੋਣ ਵਾਲਿਆਂ ਤੱਕ ਫੈਲਾਇਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੇ ਨਾਲ ਚੱਲ ਰਹੇ ਮੌਜੂਦਾ ਸੰਘਰਸ਼ ਤੇ ਵੱਡਾ ਬਿਆਨ ਦਿੰਦਿਆਂ ਇਹ ਕਿਹਾ ਕਿ ਇਹ ਜੰਗ ਅਗਲੇ 1 ਮਹੀਨੇ ਤੱਕ ਚੱਲ ਸਕਦੀ ਹੈ। ਉਹਨਾਂ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਅਮਰੀਕੀ ਫੌਜੀ ਮੁਹਿੰਮ ਆਪਣੇ ਤੈਅ ਸ਼ੈਡਿਊਲ ਤੋਂ ਅੱਗੇ ਚੱਲ ਰਹੀ ਹੈ ਅਤੇ ਸਭ ਕੁਝ ਯੋਜਨਾ ਦੇ ਅਨੁਸਾਰ ਹੋ ਰਿਹਾ ਹੈ। ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕੀ ਕਾਰਵਾਈ ਵਿੱਚ ਹੁਣ ਤੱਕ 48 ਈਰਾਨੀ ਆਗੂਆਂ ਦੀ ਖਾਤਮਾ ਕੀਤਾ ਜਾ ਚੁੱਕਿਆ ਹੈ, ਯਾਨੀ ਕਿ ਉਹਨਾਂ ਦੀ ਮੌਤ ਹੋ ਚੁੱਕੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਅਮਰੀਕਾ ਨੇ ਈਰਾਨ ਦੀ ਲੀਡਰਸ਼ਿਪ ਨੂੰ ਉਮੀਦ ਤੋਂ ਕਿਤੇ ਜ਼ਿਆਦਾ ਤਬਾਹ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਜੰਗ ਵਿੱਚ ਸ਼ਹੀਦ ਹੋਏ 3 ਅਮਰੀਕੀ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਪ੍ਰਗਟਾਈ। ਰਾਸ਼ਟਰਪਤੀ ਨੇ ਸੰਕੇਤ ਦਿੱਤਾ ਕਿ ਈਰਾਨ ਦੀ ਨਵੀਂ ਲੀਡਰਸ਼ਿਪ ਹੁਣ ਗੱਲਬਾਤ ਕਰਨਾ ਚਾਹੁੰਦੀ ਹੈ। ਹਾਲਾਂਕਿ ਟਰੰਪ ਨੇ ਇਹ ਕਿਹਾ ਹੈ ਕਿ ਉਹਨਾਂ ਨੂੰ ਇਹ ਕੋਸ਼ਿਸ਼ ਪਿਛਲੇ ਹਫ਼ਤੇ ਕਰਨੀ ਚਾਹੀਦੀ ਸੀ, ਪਰ ਉਹ ਅਜੇ ਵੀ ਭਵਿੱਖ ਵਿੱਚ ਗੱਲਬਾਤ ਲਈ ਤਿਆਰ ਹਨ। ਟਰੰਪ ਨੇ ਇੱਕ ਹੋਰ ਅਹਿਮ ਖੁਲਾਸਾ ਕਰਦਿਆਂ ਇਹ ਦੱਸਿਆ ਕਿ ਸਾਊਦੀ ਅਰਬ ਵੀ ਇਸ ਲੜਾਈ ਵਿੱਚ ਸ਼ਾਮਲ ਹੋ ਰਿਹਾ ਹੈ ਕਿਉਂਕਿ ਉਸ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਇਸ ਤੋਂ ਇਲਾਵਾ ਉਹਨਾਂ ਨੇ ਬਹਿਰੀਨ, ਕਤਰ ਅਤੇ ਜੋਰਡਨ ਵਰਗੇ ਮਿੱਤਰ ਦੇਸ਼ਾਂ ਦੇ ਆਗੂਆਂ ਨਾਲ ਵੀ ਚਰਚਾ ਕੀਤੀ ਹੈ। ਉਹਨਾਂ ਨੇ ਉਮੀਦ ਜਤਾਈ ਹੈ ਕਿ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਤੋਂ ਬਾਅਦ ਈਰਾਨ ਦੇ ਵਿੱਚ ਲੋਕਤੰਤਰ ਪੈਦਾ ਹੋ ਸਕਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਦੱਸ ਦਈਏ ਕਿ ਈਰਾਨ ਨੇ ਅਮਰੀਕਾ ਦੇ ਨਾਲ ਗੱਲਬਾਤ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ, ਬਟ ਰਾਸ਼ਟਰਪਤੀ ਡੋਨਾਲਡ ਟਰੰਪ ਬਾਰ-ਬਾਰ ਇਹ ਦੁਹਰਾ ਰਹੇ ਨੇ ਕਿ ਅਮਰੀਕਾ ਜਿਹੜਾ ਹੈ ਜਾਂ ਫਿਰ ਈਰਾਨ ਹੈ ਅਮਰੀਕਾ ਦੇ ਨਾਲ ਗੱਲਬਾਤ ਕਰਨਾ ਚਾਹੁੰਦਾ ਹੈ, ਬਟ ਹੁਣ ਈਰਾਨ ਦੇ ਵਿੱਚ ਖਾਮੇਨੀ ਦੇ ਪੁੱਤਰ ਨੇ ਜਗ੍ਹਾ ਲੈ ਲਈ ਹੈ, ਜਿਸ ਕਰਕੇ ਇਸ ਗੱਲਬਾਤ ਨੂੰ ਅੱਗੇ ਵਧਾਉਣ ਤੋਂ ਉਹਨਾਂ ਨੇ ਰੋਕ ਦਿੱਤਾ ਹੈ।
ਐਤਵਾਰ ਨੂੰ ਵਿਸ਼ਵਵਿਆਪੀ ਹਵਾਈ ਯਾਤਰਾ ਭਾਰੀ ਪ੍ਰਭਾਵਿਤ ਰਹੀ ਕਿਉਂਕਿ ਈਰਾਨ ਦੇ ਵਿੱਚ ਜੰਗ ਕਾਰਨ ਦੁਬਈ ਸਮੇਤ ਪ੍ਰਮੁੱਖ ਮੱਧ ਪੂਰਬੀ ਹਵਾਈ ਅੱਡੇ ਦੂਜੇ ਦਿਨ ਵੀ ਬੰਦ ਰਹੇ, ਜੋ ਕਿ ਹਾਲ ਹੀ ਦੇ ਸਾਲਾਂ ਵਿੱਚ ਸਭ ਤੋਂ ਤੇਜ਼ ਹਵਾਬਾਜ਼ੀ ਝਟਕਿਆਂ ਵਿੱਚੋਂ ਇੱਕ ਹੈ। UAE ਵਿੱਚ ਦੁਬਈ ਅਤੇ ਆਬੂ ਧਾਬੀ ਅਤੇ ਕਤਰ ਵਿੱਚ ਦੋਹਾ ਸਮੇਤ ਮੁੱਖ ਆਵਾਜਾਈ ਹਵਾਈ ਅੱਡੇ ਬੰਦ ਕਰ ਦਿੱਤੇ ਗਏ ਸਨ ਜਾਂ ਬੁਰੀ ਤਰ੍ਹਾਂ ਸੀਮਿਤ ਕਰ ਦਿੱਤੇ ਗਏ ਕਿਉਂਕਿ ਅਮਰੀਕਾ ਤੇ ਇਜ਼ਰਾਈਲੀ ਹਮਲਿਆਂ ਵਿੱਚ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੀ ਦੀ ਮੌਤ ਤੋਂ ਬਾਅਦ ਖੇਤਰ ਦਾ ਜ਼ਿਆਦਾਤਰ ਹਵਾਈ ਖੇਤਰ ਬੰਦ ਰਿਹਾ। ਲਹਿਰਾਂ ਦੇ ਪ੍ਰਭਾਵ ਮੱਧ ਪੂਰਬ ਤੋਂ ਬਹੁਤ ਦੂਰ ਮਹਿਸੂਸ ਕੀਤੇ ਗਏ। ਹਜ਼ਾਰਾਂ ਯਾਤਰੀ ਬਾਲੀ, ਕਾਠਮੰਡੂ ਅਤੇ ਫ੍ਰੈਂਕਫਰਟ ਤੱਕ ਫਸ ਗਏ। ਇਜ਼ਰਾਈਲ ਨੇ ਕਿਹਾ ਹੈ ਕਿ ਉਸਨੇ ਐਤਵਾਰ ਨੂੰ ਈਰਾਨ ਤੇ ਹਮਲਿਆਂ ਦੀ ਇੱਕ ਹੋਰ ਲਹਿਰ ਸ਼ੁਰੂ ਕੀਤੀ ਹੈ, ਜਦਕਿ ਦੁਬਈ ਦੇ ਨੇੜੇ ਅਤੇ ਦੋਹਾ ਦੇ ਉੱਪਰ ਦੂਜੇ ਦਿਨ ਵੀ ਜ਼ੋਰਦਾਰ ਧਮਾਕੇ ਸੁਣੇ ਗਏ ਜਦੋਂ ਈਰਾਨ ਨੇ ਗਵਾਂਢੀ ਖਾੜੀ ਰਾਜ ਤੋਂ ਜਵਾਬੀ ਹਵਾਈ ਹਮਲੇ ਸ਼ੁਰੂ ਕੀਤੇ। ਈਰਾਨ ਦੇ ਹਮਲੇ ਦੌਰਾਨ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਨੁਕਸਾਨ ਪਹੁੰਚਿਆ, ਜਦਕਿ ਆਬੂ ਧਾਬੀ ਅਤੇ ਕੁਵੈਤ ਦੇ ਹਵਾਈ ਅੱਡੇ ਵੀ ਪ੍ਰਭਾਵਿਤ ਹੋਏ ਹਨ। ਫਲਾਈਟ ਟਰੈਕਿੰਗ ਪਲੇਟਫਾਰਮ ਫਲਾਈਟਵੇਅਰ ਦੇ ਅੰਕੜਿਆਂ ਦੇ ਅਨੁਸਾਰ ਮੱਧ ਪੂਰਬ ਵਿੱਚ ਹਜ਼ਾਰਾਂ ਉਡਾਨਾਂ ਪ੍ਰਭਾਵਿਤ ਹੋਈਆਂ ਹਨ। ਦੂਜੇ ਪਾਸੇ ਦੁਨੀਆ ਦੀ ਸਭ ਤੋਂ ਵੱਡੀ ਅੰਤਰਰਾਸ਼ਟਰੀ ਕੈਰੀਅਰ ਐਮੀਰਾਟਸ ਨੇ ਕਿਹਾ ਹੈ ਕਿ ਉਸਨੇ ਸੋਮਵਾਰ ਤੱਕ ਆਪਣੇ ਦੁਬਈ ਮੈਗਾ ਹਬ ਤੋਂ ਆਉਣ ਜਾਣ ਵਾਲੇ ਸਾਰੇ ਕਾਰਜਾਂ ਨੂੰ ਮੁਅੱਤਲ ਕਰ ਦਿੱਤਾ ਹੈ। ਕਤਰ 에ਅਰਵੇਜ਼, ਜਿਸ ਨੇ ਸਾਰੇ ਕੰਮਕਾਜ ਮੁਅੱਤਲ ਕਰ ਦਿੱਤੇ ਹਨ, ਉਹਨਾਂ ਨੇ ਇਹ ਕਿਹਾ ਕਿ ਉਹ ਸੋਮਵਾਰ ਨੂੰ ਇਸ ਬਾਰੇ ਹੋਰ ਅਪਡੇਟ ਪ੍ਰਦਾਨ ਕਰੇਗਾ ਅਤੇ ਜਰਮਨੀ ਦੀ ਲੁਫਥਾਂਸਾ ਨੇ ਇਸ ਖੇਤਰ ਲਈ ਆਪਣੀਆਂ ਉਡਾਨਾਂ ਦੀ ਮੁਅੱਤਲੀ 8 ਮਾਰਚ ਤੱਕ ਵਧਾ ਦਿੱਤੀ ਹੈ। ਐਤਵਾਰ ਨੂੰ ਫਲਾਈਟ ਰਾਡਾਰ 24 ਦੇ ਨਕਸ਼ਿਆਂ ਤੋਂ ਪਤਾ ਲੱਗਾ ਕਿ ਈਰਾਨ, ਇਰਾਕ, ਕੁਵੈਤ, ਇਜ਼ਰਾਈਲ, ਬਹਿਰੀਨ, UAE ਅਤੇ ਕਤਰ ਦਾ ਹਵਾਈ ਖੇਤਰ ਲਗਭਗ ਖਾਲੀ ਰਿਹਾ ਹੈ, ਜਿਸ ਕਰਕੇ ਬਹੁਤ ਸਾਰੀ ਗਿਣਤੀ ਵਿੱਚ ਯਾਤਰੀ 에ਅਰਪੋਰਟ ਤੇ ਵੀ ਫਸੇ ਹੋਏ ਹਨ। ਫਿਲਹਾਲ ਤਾਂ ਖਾਣ ਪੀਣ ਦਾ ਖਰਚਾ ਵੀ ਸਭ ਕੁਝ ਉਹ ਚੱਕਿਆ ਜਾਵੇਗਾ UAE ਦੀ ਯਾਨੀ ਕਿ ਐਮੀਰਾਈਟਸ ਵੱਲੋਂ ਹੀ ਜਾਂ ਫਿਰ 에ਅਰਲਾਈਨਸ ਵੱਲੋਂ ਹੀ ਸਾਰਾ ਖਰਚਾ ਯਾਤਰੀਆਂ ਦਾ ਚੱਕਿਆ ਜਾਏਗਾ। ਬਟ ਇਸ ਦੇ ਨਾਲ ਹੀ ਉਹਨਾਂ ਨੇ ਯਾਤਰੀਆਂ ਨੂੰ ਇਹ ਵੀ ਅਪੀਲ ਕੀਤੀ ਸੀ ਜੋ 에ਅਰਪੋਰਟ ਤੱਕ ਨਹੀਂ ਪਹੁੰਚੇ ਹਨ ਕਿ ਆਪਣੀ ਜਿਹੜੀ ਸਥਿਤੀ ਨੂੰ ਦੇਖ ਕੇ ਹੀ, ਆਨਲਾਈਨ ਸਥਿਤੀ ਦੇਖ ਕੇ, 에ਅਰਪੋਰਟ ਦੀ ਜਾਂ ਜਹਾਜ਼ ਦੀ ਸਥਿਤੀ ਦੇਖ ਕੇ ਹੀ ਉਹ 에ਅਰਪੋਰਟ ਦੇ ਵਿੱਚ ਪਹੁੰਚਣ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਲੋੜ ਪਈ ਤਾਂ ਅਮਰੀਕੀ ਫੌਜ ਈਰਾਨ ਤੇ 4 ਤੋਂ 5 ਹਫ਼ਤਿਆਂ ਤੱਕ ਹਮਲਾ ਜਾਰੀ ਰੱਖ ਸਕਦੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਸੁਝਾਅ ਦਿੱਤਾ ਹੈ ਕਿ ਵੈਨਜ਼ੂਏਲਾ ਮਾਡਲ ਤਹਿਰਾਨ ਦੇ ਵਿੱਚ ਲੜਾਈ ਤੋਂ ਬਾਅਦ ਦੇ ਬਦਲਾਅ ਨੂੰ ਰੂਪ ਦੇ ਸਕਦਾ ਹੈ। ਇਸ ਮਾਡਲ ਦੇ ਤਹਿਤ ਸਿਰਫ ਚੋਟੀ ਦੇ ਆਗੂ ਨੂੰ ਹਟਾ ਕੇ ਦੇਸ਼ ਦੇ ਜ਼ਿਆਦਾਤਰ ਹਿੱਸੇ ਅਤੇ ਪ੍ਰਸ਼ਾਸਨਿਕ ਢਾਂਚੇ ਨੂੰ ਬਰਕਰਾਰ ਰੱਖਿਆ ਜਾਵੇਗਾ। ਨਿਊਯਾਰਕ ਟਾਈਮਜ਼ ਨੂੰ ਦਿੱਤੇ ਇੱਕ ਸੰਖੇਪ ਟੈਲੀਫੋਨਿਕ ਇੰਟਰਵਿਊ ਵਿੱਚ ਟਰੰਪ ਨੇ ਇਸ ਮੁਹਿੰਮ ਨੂੰ ਜਾਰੀ ਰੱਖਣ ਦੇ ਆਪਣੇ ਭਰੋਸੇ ਬਾਰੇ ਦੱਸਿਆ ਅਤੇ ਵਾਰ-ਵਾਰ ਲਾਤੀਨੀ ਅਮਰੀਕਾ ਵਿੱਚ ਕੀਤੇ ਗਏ ਸਫਲ ਫੌਜੀ ਆਪਰੇਸ਼ਨ ਵੱਲ ਇਸ਼ਾਰਾ ਕੀਤਾ ਹੈ। ਟਰੰਪ ਨੇ ਇੱਥੇ ਕਿਹਾ ਹੈ ਕਿ ਵੈਨਜ਼ੂਏਲਾ ਦੇ ਵਿੱਚ ਅਸੀਂ ਜੋ ਕੀਤਾ, ਮੈਨੂੰ ਲੱਗਦਾ ਹੈ ਕਿ ਉਹ ਬਿਲਕੁਲ ਸਹੀ ਰਿਹਾ ਹੈ। ਸੋ ਉਹਨਾਂ ਨੇ ਉਸ ਨਤੀਜੇ ਦਾ ਜ਼ਿਕਰ ਕੀਤਾ ਜਿਸ ਵਿੱਚ ਸਿਰਫ ਚੋਟੀ ਦੇ ਆਗੂ ਨੂੰ ਹਟਾਇਆ ਗਿਆ ਸੀ, ਜਦਕਿ ਸਰਕਾਰ ਦਾ ਬਾਕੀ ਹਿੱਸਾ ਕੰਮ ਕਰਦਾ ਰਿਹਾ। ਉਹਨਾਂ ਨੇ ਵੀ ਕਿਹਾ ਕਿ 2 ਲੋਕਾਂ ਨੂੰ ਛੱਡ ਕੇ ਬਾਕੀ ਸਭ ਦੀ ਨੌਕਰੀ ਬਚੀ ਹੋਈ ਹੈ। ਜਦੋਂ ਇਹ ਪੁੱਛਿਆ ਗਿਆ ਕਿ ਅਮਰੀਕਾ ਤੇ ਇਜ਼ਰਾਈਲ ਕਦੋਂ ਤੱਕ ਹਮਲੇ ਜਾਰੀ ਰੱਖ ਸਕਦੇ ਹਨ ਤਾਂ ਟਰੰਪ ਨੇ ਇਸ ਦਾ ਜਵਾਬ ਦਿੰਦੇ ਹੋਏ ਇਹ ਕਿਹਾ ਕਿ ਠੀਕ ਹੈ, ਸਾਡਾ ਇਰਾਦਾ 4 ਤੋਂ 5 ਹਫ਼ਤਿਆਂ ਦਾ ਸੀ। ਇਹ ਮੁਸ਼ਕਿਲ ਨਹੀਂ ਹੋਵੇਗਾ। ਸਾਡੇ ਕੋਲ ਬਹੁਤ ਜ਼ਿਆਦਾ ਗੋਲਾ ਬਾਰੂਦ ਹੈ। ਤੁਸੀਂ ਜਾਣਦੇ ਹੋ ਕਿ ਸਾਡੇ ਕੋਲ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਗੋਲਾ ਬਾਰੂਦ ਮੌਜੂਦ ਹੈ। ਈਰਾਨ ਦੀ ਸੱਤਾ ਲਈ ਮੇਰੇ ਕੋਲ 3 ਨਾਮ ਹਨ। ਈਰਾਨ ਵਿੱਚ ਅਯਾਤੁੱਲਾ ਅਲੀ ਖਾਮੇਨੀ ਦੀ ਮੌਤ ਤੋਂ ਬਾਅਦ ਈਰਾਨ ਦੀ ਲੀਡਰਸ਼ਿਪ ਬਾਰੇ ਪੁੱਛੇ ਗਏ ਸਵਾਲ ਤੇ ਟਰੰਪ ਨੇ ਇਹ ਕਿਹਾ ਕਿ ਉਹਨਾਂ ਦੇ ਕੋਲ 3 ਬਹੁਤ ਵਧੀਆ ਵਿਕਲਪ ਹਨ। ਜੇਕਰ ਤੁਸੀਂ ਅੰਦਾਜ਼ਿਆਂ ਨੂੰ ਦੇਖੋ ਤਾਂ ਉਹ ਅੰਦਾਜ਼ੇ ਲਗਾਉਂਦੇ ਹਨ, ਪਰ ਉਹਨਾਂ ਨੇ ਨਾਵਾਂ ਦਾ ਅਜੇ ਖੁਲਾਸਾ ਨਹੀਂ ਕੀਤਾ। ਉਹਨਾਂ ਨੇ ਕਿਹਾ ਮੈਂ ਅਜੇ ਉਹਨਾਂ ਦੇ ਨਾਮ ਨਹੀਂ ਦੱਸਾਂਗਾ, ਪਹਿਲਾਂ ਕੰਮ ਪੂਰਾ ਕਰ ਲੈਂਦੇ ਹਾਂ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਇੱਕ ਸਮਾਂ ਅਜਿਹਾ ਆਵੇਗਾ ਜਦੋਂ ਈਰਾਨੀ ਫੌਜ ਹਥਿਆਰ ਸੁੱਟ ਦੇਵੇਗੀ। ਟਰੰਪ ਨੇ ਕਿਹਾ ਉਹ ਸੱਚਮੁੱਚ ਲੋਕਾਂ ਦੇ ਸਾਹਮਣੇ ਆਤਮ ਸਮਰਪਣ ਕਰ ਦੇਣਗੇ। ਅਧਿਕਾਰੀ ਆਪਣੇ ਹਥਿਆਰ ਜਨਤਾ ਨੂੰ ਸੌਂਪ ਦੇਣਗੇ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਇਹ ਉਹਨਾਂ ਤੇ ਨਿਰਭਰ ਕਰੇਗਾ ਕਿ ਉਹ ਅਜਿਹਾ ਕਰਦੇ ਹਨ ਕਿ ਨਹੀਂ ਕਰਦੇ। ਉਹ ਸਾਲਾਂ ਤੋਂ ਇਸ ਬਾਰੇ ਗੱਲ ਕਰ ਰਹੇ ਹਨ, ਇਸ ਲਈ ਹੁਣ ਉਹਨਾਂ ਦੇ ਕੋਲ ਯਕੀਨੀ ਤੌਰ ਤੇ ਇੱਕ ਮੌਕਾ ਹੋਵੇਗਾ। ਸੋ ਇਸ ਤੋਂ ਇਲਾਵਾ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਈਰਾਨ ਤੋਂ ਪਾਬੰਦੀਆਂ ਹਟਾਉਣਗੇ ਡੋਨਾਲਡ ਟਰੰਪ ਕਿ ਨਹੀਂ। ਸੋ ਇਸ ਤੇ ਡੋਨਾਲਡ ਟਰੰਪ ਨੇ ਕਿਹਾ ਕਿ ਜੇਕਰ ਨਵੇਂ ਨੇਤਾ ਪ੍ਰੈਕਟੀਕਲ ਸਾਬਿਤ ਹੋਏ ਤਾਂ ਉਹ ਪਾਬੰਦੀਆਂ ਹਟਾਉਣ ਤੇ ਵਿਚਾਰ ਕਰਨਗੇ, ਪਰ ਜੇਕਰ ਈਰਾਨ ਦੇ ਨੇਤਾ ਆਵਾਜ਼ ਉਠਾਉਂਦੇ ਹਨ ਤਾਂ ਉਹਨਾਂ ਦਾ ਬਚਾਅ ਕਰਨ ਦਾ ਵਾਅਦਾ ਕਰਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਵੀ ਕਿਹਾ ਕਿ ਮੈਂ ਕਿਸੇ ਵੀ ਤਰ੍ਹਾਂ ਦਾ ਕੋਈ ਕਮਿਟਮੈਂਟ ਨਹੀਂ ਕਰਦਾ, ਅਜੇ ਬਹੁਤ ਜਲਦੀ ਹੈ, ਸਾਨੂੰ ਕੰਮ ਕਰਨਾ ਹੈ ਅਤੇ ਅਸੀਂ ਇਸ ਨੂੰ ਬਹੁਤ ਚੰਗੀ ਤਰ੍ਹਾਂ ਕੀਤਾ ਹੈ। ਉਸਨੇ ਕਿਹਾ ਮੈਂ ਕਹਾਂਗਾ ਕਿ ਅਸੀਂ ਸ਼ੈਡਿਊਲ ਤੋਂ ਕਾਫੀ ਅੱਗੇ ਹਾਂ। ਉਹਨਾਂ ਨੇ ਇਹ ਵੀ ਕਿਹਾ ਇਸ ਦੇ ਨਾਲ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਈਰਾਨ ਤੇ ਹਮਲਾ ਕਰਨ ਵਿੱਚ ਫਰਾਂਸ ਦੀ ਖਾੜੀ ਦੇ ਅਰਬ ਦੇਸ਼ਾਂ ਨੂੰ ਵਾਸ਼ਿੰਗਟਨ ਦਾ ਸਾਥ ਦੇਣ ਦੀ ਲੋੜ ਹੈ।
ਅਮਰੀਕਾ ਤੇ ਈਰਾਨ ਦੇ ਵਿਚਾਲੇ ਵੱਧਦੇ ਜੰਗੀ ਤਣਾਅ ਦੌਰਾਨ ਪਹਿਲੀ ਵਾਰ ਵੱਡੇ ਜਾਨੀ ਨੁਕਸਾਨ ਦੀ ਖਬਰ ਵੀ ਸਾਹਮਣੇ ਆਈ ਹੈ। ਅਮਰੀਕੀ ਫੌਜ ਅਨੁਸਾਰ ਈਰਾਨੀ ਹਮਲਿਆਂ ਦੌਰਾਨ 3 ਅਮਰੀਕੀ ਫੌਜੀ ਮਾਰੇ ਗਏ ਹਨ ਅਤੇ 5 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਮਾਰੇ ਗਏ ਫੌਜੀ ਕੁਵੈਤ ਵਿੱਚ ਤੈਨਾਤ ਇੱਕ ਲੌਜਿਸਟਿਕ ਯੂਨਿਟ ਦਾ ਹਿੱਸਾ ਸਨ। ਅਮਰੀਕੀ ਸੈਂਟਰਲ ਕਮਾਂਡ ਨੇ ਇਸ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਪਰਿਵਾਰਾਂ ਨੂੰ ਸੂਚਿਤ ਕਰਨ ਦੀ ਪ੍ਰਕਿਰਿਆ ਕਾਰਨ ਅਜੇ ਸੈਨਿਕਾਂ ਦੀ ਪਛਾਣ ਗੁਪਤ ਰੱਖੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਈਰਾਨ ਨੇ ਅਮਰੀਕਾ ਤੇ ਇਜ਼ਰਾਈਲ ਵੱਲੋਂ ਆਪਣੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੀ ਦੇ ਮਾਰੇ ਜਾਣ ਤੋਂ ਬਾਅਦ ਇਹ ਜਵਾਬੀ ਕਾਰਵਾਈ ਕੀਤੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਟਰੁਥ ਸੋਸ਼ਲ ਪਲੇਟਫਾਰਮ ਤੇ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਇਹਨਾਂ ਫੌਜੀਆਂ ਨੂੰ ਸੱਚੇ ਦੇਸ਼ ਭਗਤ ਦੱਸਿਆ ਅਤੇ ਉਹਨਾਂ ਦੀ ਸ਼ਹਾਦਤ ਤੇ ਦੁੱਖ ਜ਼ਾਹਰ ਕੀਤਾ ਹੈ। ਟਰੰਪ ਨੇ ਚੇਤਾਵਨੀ ਵੀ ਦਿੱਤੀ ਹੈ ਇਸ ਦੇ ਨਾਲ ਕਿ ਇਹ ਜੰਗ ਅਜੇ ਕੁਝ ਹਫ਼ਤੇ ਹੋਰ ਚੱਲ ਸਕਦੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਅਮਰੀਕੀ ਫੌਜ ਨੂੰ ਹੋਰ ਜਾਨੀ ਨੁਕਸਾਨ ਝੱਲਣਾ ਪੈ ਸਕਦਾ ਹੈ। ਉਹਨਾਂ ਨੇ ਕਿਹਾ, ਬਦਕਿਸਮਤੀ ਨਾਲ ਅਜਿਹੀਆਂ ਘਟਨਾਵਾਂ ਜੰਗ ਵਿੱਚ ਵਾਪਰਦੀਆਂ ਹਨ, ਪਰ ਅਸੀਂ ਇਹ ਸਭ ਭਵਿੱਖ ਦੀ ਸੁਰੱਖਿਆ ਲਈ ਕਰ ਰਹੇ ਹਾਂ। ਇਸ ਦੌਰਾਨ ਈਰਾਨੀ ਰੈਵੋਲੂਸ਼ਨਰੀ ਗਾਰਡ ਨੇ ਅਮਰੀਕੀ ਅਤੇ ਇਜ਼ਰਾਈਲੀ ਟਿਕਾਣਿਆਂ ਤੇ ਹੁਣ ਤੱਕ ਦਾ ਸਭ ਤੋਂ ਭਿਆਨਕ ਹਮਲਾ ਕਰਨ ਦੀ ਧਮਕੀ ਦਿੱਤੀ ਹੈ। ਅਮਰੀਕਾ ਨੇ ਇੱਕ ਵੱਡੇ ਹਮਲੇ ਵਿੱਚ ਈਰਾਨ ਦੇ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕਾਪਸ ਦੇ ਹੈੱਡਕੁਆਰਟਰ ਨੂੰ ਤਬਾਹ ਕਰਨ ਦੀ ਪੁਸ਼ਟੀ ਕੀਤੀ ਹੈ। ਯੂਐਸ ਸੈਂਟਰਲ ਕਮਾਂਡ ਨੇ ਕਿਹਾ ਹੈ ਕਿ IRGC ਪਿਛਲੇ 47 ਸਾਲਾਂ ਵਿੱਚ 1000 ਤੋਂ ਵੱਧ ਅਮਰੀਕੀਆਂ ਦੀ ਮੌਤ ਲਈ ਜ਼ਿੰਮੇਵਾਰ ਰਿਹਾ ਹੈ। ਅਮਰੀਕੀ ਸੈਂਟਰਲ ਕਮਾਂਡ ਨੇ ਇਸ ਕਾਰਵਾਈ ਨੂੰ ਸੱਪ ਦਾ ਸਿਰ ਵੱਢਣ ਵਾਂਗ ਵੀ ਦੱਸਿਆ ਅਤੇ ਕਿਹਾ ਕਿ ਅਮਰੀਕਾ ਕੋਲ ਦੁਨੀਆ ਦੀ ਸਭ ਤੋਂ ਤਾਕਤਵਰ ਮਿਲਟਰੀ ਹੈ ਅਤੇ IRGC ਕੋਲ ਹੁਣ ਹੈੱਡਕੁਆਰਟਰ ਨਹੀਂ ਰਿਹਾ। ਇਸ ਤੋਂ ਇਲਾਵਾ ਸੈਂਟਕੋਮ ਨੇ ਇੱਕ ਬਿਆਨ ਵਿੱਚ ਕਿਹਾ ਕਿ ਈਰਾਨੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕਾਪਸ ਨੇ ਪਿਛਲੇ 47 ਸਾਲਾਂ ਵਿੱਚ 1000 ਤੋਂ ਵੱਧ ਅਮਰੀਕੀਆਂ ਨੂੰ ਮਾਰ ਦਿੱਤਾ ਹੈ ਤੇ ਕੱਲ ਇੱਕ ਵੱਡੇ ਪੱਧਰ ਤੇ ਅਮਰੀਕੀ ਸਟ੍ਰਾਈਕ ਨੇ ਸਭ ਦਾ ਸਿਰ ਵੱਢ ਦਿੱਤਾ। ਅਮਰੀਕਾ ਕੋਲ ਦੁਨੀਆ ਦੀ ਸਭ ਤੋਂ ਤਾਕਤਵਰ ਮਿਲਟਰੀ ਹੈ ਅਤੇ IRGC ਦਾ ਹੁਣ ਕੋਈ ਹੈੱਡਕੁਆਰਟਰ ਨਹੀਂ ਹੈ। ਇਜ਼ਰਾਈਲੀ ਮਿਲਟਰੀ ਨੇ ਦਰਜਨਾਂ ਈਰਾਨੀ ਮਿਲਟਰੀ ਕਮਾਂਡ ਸੈਂਟਰਾਂ ਤੇ ਵੀ ਹਮਲੇ ਕਰਨ ਦੀ ਖਬਰ ਦਿੱਤੀ ਹੈ, ਜਿਸ ਵਿੱਚ IRGC ਦੇ ਸੈਂਟਰ ਇੰਟੈਲੀਜੈਂਸ ਹੈੱਡਕੁਆਰਟਰ, IRGC 에ਅਰ ਫੋਰਸ ਕਮਾਂਡ ਸੈਂਟਰ ਅਤੇ ਇੰਟਰਨਲ ਸਿਕਿਉਰਿਟੀ ਹੈੱਡਕੁਆਰਟਰ ਵੀ ਸ਼ਾਮਲ ਹਨ। ਇਜ਼ਰਾਈਲੀ ਬਿਆਨ ਮੁਤਾਬਕ ਇਨ੍ਹਾਂ ਹਮਲਿਆਂ ਨੇ ਈਰਾਨ ਦੀ ਕਮਾਂਡ ਐਂਡ ਕੰਟਰੋਲ ਸਮਰੱਥਾਵਾਂ ਨੂੰ ਡੂੰਘਾ ਝਟਕਾ ਦਿੱਤਾ ਹੈ, ਜਿਸ ਨਾਲ ਜ਼ਰੂਰੀ ਥਾਵਾਂ ਤੇ ਮੌਜੂਦ ਲੋਕ ਮਾਰੇ ਗਏ ਹਨ। ਸ਼ਨੀਵਾਰ ਨੂੰ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੀ ਦੀ ਹੱਤਿਆ ਤੋਂ ਬਾਅਦ US ਇਜ਼ਰਾਈਲੀ ਜੁਆਇੰਟ ਆਪਰੇਸ਼ਨ ਐਤਵਾਰ ਤੱਕ ਜਾਰੀ ਰਿਹਾ ਅਤੇ ਹਮਲੇ ਹਾਲੇ ਤੱਕ ਜਾਰੀ ਹਨ, ਜਿਸ ਕਰਕੇ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ ਹੈ। ਲੋਕਾਂ ਨੂੰ ਇੱਕ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ। ਬਹੁਤ ਸਾਰੇ ਲੋਕ ਲਗਾਤਾਰ ਵੀਡੀਓਜ਼ ਵੀ ਅਪਲੋਡ ਕਰ ਰਹੇ ਨੇ ਸੋਸ਼ਲ ਮੀਡੀਆ ਤੇ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਹਾਲਾਤ ਕਿੰਨੇ ਜ਼ਿਆਦਾ ਖਰਾਬ ਹੋਏ ਪਏ ਨੇ। ਈਰਾਨ ਦੇ ਸਰਵਉੱਚ ਲੀਡਰ ਅਯਾਤੁੱਲਾ ਅਲੀ ਖਾਮੇਨੀ ਦੀ ਮੌਤ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਤਣਾਅ ਵੱਧ ਗਿਆ ਹੈ। ਕਰਾਚੀ ਵਿੱਚ ਹਿੰਸਕ ਭੀੜ ਨੇ ਅਮਰੀਕੀ ਕੌਂਸੂਲੇਟ ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਪੁਲਿਸ ਨੂੰ ਲਾਠੀਚਾਰਜ ਅਤੇ ਅਥਰੂ ਗੈਸ ਦੇ ਗੋਲੇ ਛੱਡਣੇ ਪਏ। ਝੜਪਾਂ ਵਿੱਚ ਘੱਟੋ-ਘੱਟ 9 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਸਿੰਧ ਦੇ ਗ੍ਰਹਿ ਮੰਤਰੀ ਜ਼ਿਆਉਲ ਹਸਨ ਨੇ ਇਸ ਘਟਨਾ ਤੇ ਰਿਪੋਰਟ ਮੰਗੀ ਹੈ ਅਤੇ ਸੁਰੱਖਿਆ ਵਧਾਉਣ ਦੇ ਹੁਕਮ ਦੇ ਦਿੱਤੇ ਹਨ। ਉਹਨਾਂ ਨੇ ਕਿਹਾ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਐਤਵਾਰ ਨੂੰ MT ਖਾਨ ਰੋਡ ਤੇ ਅਮਰੀਕੀ ਕੌਂਸੂਲੇਟ ਵੱਲ ਮਾਰਚ ਕਰ ਰਹੀ ਭੀੜ ਅਤੇ ਪੁਲਿਸ ਵਿਚਕਾਰ ਭਿਆਨਕ ਝੜਪਾਂ ਹੋਈਆਂ। ਇਸ ਵਿੱਚ ਘੱਟੋ-ਘੱਟ 9 ਲੋਕ ਮਾਰੇ ਗਏ ਅਤੇ ਕਈ ਜ਼ਖਮੀ ਹੋਏ ਹਨ। ਪਾਕਿਸਤਾਨ ਦੇ ਇੱਕ ਟੀਵੀ ਦੀ ਇੱਕ ਰਿਪੋਰਟ ਦੇ ਅਨੁਸਾਰ ਪ੍ਰਦਰਸ਼ਨਕਾਰੀ MT ਖਾਨ ਰੋਡ ਤੇ ਕੌਂਸੂਲੇਟ ਦੇ ਬਾਹਰ ਇਕੱਠੇ ਹੋਏ ਅਤੇ ਇਮਾਰਤ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਪੱਥਰ ਸੁੱਟੇ ਹਨ। ਰਿਪੋਰਟ ਵਿੱਚ ਅੱਗੇ ਵੀ ਕਿਹਾ ਗਿਆ ਹੈ ਕਿ ਪੁਲਿਸ ਨੇ ਸਥਿਤੀ ਨੂੰ ਕਾਬੂ ਵਿੱਚ ਲਿਆਉਣ ਲਈ ਭਾਰੀ ਗੋਲੀਬਾਰੀ ਕੀਤੀ ਹੈ। ਪੁਲਿਸ ਅਧਿਕਾਰੀਆਂ ਦੇ ਅਨੁਸਾਰ ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਦਾ ਅੰਦਾਜ਼ਾ ਹੋਰ ਵੀ ਬਹੁਤ ਸਾਰੀਆਂ ਰਿਪੋਰਟਾਂ ਐਸੇ ਸਾਹਮਣੇ ਆ ਰਹੀਆਂ ਨੇ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿੱਥੇ ਹਮਲੇ ਹੋਏ ਨੇ, ਲੇਕਿਨ ਵਿਰੋਧ ਪ੍ਰਦਰਸ਼ਨ ਕਿਸੇ ਹੋਰ ਦੇਸ਼ਾਂ ਦੇ ਵਿੱਚ ਹੋ ਰਹੇ ਨੇ। ਖਾਸ ਤੌਰ ਦੇ ਵਿੱਚ ਪਾਕਿਸਤਾਨ ਦੇ ਵਿੱਚ ਕਾਫੀ ਜ਼ਿਆਦਾ ਰੋਸ ਦੇਖਣ ਨੂੰ ਮਿਲ ਰਿਹਾ ਹੈ, ਜਿਸ ਵਿੱਚ ਲੋਕਾਂ ਨੇ ਇਕੱਠੇ ਹੋ ਕੇ ਲਗਾਤਾਰ ਅਮਰੀਕਾ ਦਾ ਵਿਰੋਧ ਕੀਤਾ ਹੈ। ਹੁਣ ਲਗਾਤਾਰ ਟਰੰਪ ਦੇ ਖਿਲਾਫ ਪ੍ਰਦਰਸ਼ਨ ਵੀ ਹੁੰਦੇ ਹੋਏ ਨਜ਼ਰ ਆ ਰਹੇ ਹਨ। ਅਮਰੀਕਾ ਤੇ ਇਜ਼ਰਾਈਲ ਦੇ ਹਮਲਿਆਂ ਵਿੱਚ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੀ ਦੀ ਮੌਤ ਤੋਂ ਬਾਅਦ ਸਥਿਤੀ ਹੋਰ ਵੀ ਜ਼ਿਆਦਾ ਵਿਗੜ ਗਈ ਹੈ।
इस दौरान ईरान ने दावा किया है कि उसने अमरीकी जहाज वाहक USS अब्राहम लिंकन ਦੇ 4 ਬੈਲਿਸਟਿਕ ਮਿਜ਼ਾਈਲਾਂ ਦੇ ਨਾਲ ਹਮਲਾ ਕੀਤਾ ਹੈ। ईरान ਦੇ ਰੈਵੋਲੂਸ਼ਨਰੀ ਗਾਰਡਸ IRGC ਨੇ ਕਿਹਾ ਹੈ ਕਿ ਇਹ ਹਮਲਾ ਫਾਰਸ ਦੀ ਖਾੜੀ ਦੇ ਵਿੱਚ ਹੋਇਆ ਸੀ। ਉਹਨਾਂ ਦੇ ਬਿਆਨ ਦੇ ਅਨੁਸਾਰ ਅਮਰੀਕੀ ਜਹਾਜ਼ ਵਾਹਕ ਅਬਰਾਹਮ ਲਿੰਕਨ ਨੂੰ 4 ਬੈਲਿਸਟਿਕ ਮਿਜ਼ਾਈਲਾਂ ਨੇ ਨਿਸ਼ਾਨਾ ਬਣਾਇਆ ਸੀ। ਹਾਲਾਂਕਿ ਇਸ ਦਾਅਵੇ ਦੀ ਸੁਤੰਤਰ ਤੌਰ ਤੇ ਪੁਸ਼ਟੀ ਨਹੀਂ ਕੀਤੀ ਗਈ ਹੈ ਅਤੇ ਅਮਰੀਕਾ ਦੇ ਵੱਲੋਂ ਇਸ ਦੀ ਕੋਈ ਸਿੱਧੀ ਪੁਸ਼ਟੀ ਨਹੀਂ ਕੀਤੀ ਗਈ ਹੈ, ਪਰ ईरान ਦਾ ਇਹ ਕਹਿਣਾ ਹੈ ਕਿ ਹਮਲਾ ਹੋਇਆ ਹੈ। US ਸੈਂਟਰਲ ਕਮਾਂਡ ਨੇ ਸੋਸ਼ਲ ਮੀਡੀਆ ਪਲੇਟਫਾਰਮ X ਤੇ ਕਿਹਾ ਹੈ ਕਿ ਉਸ ਦੀਆਂ ਫੌਜਾਂ ਨੇ ਆਪਰੇਸ਼ਨ ਐਪਿਕ ਫਿਊਰੋ ਦੀ ਸ਼ੁਰੂਆਤ ਵਿੱਚ ਇੱਕ ਈਰਾਨੀ ਜਵਾਰਨ ਕਲਾਸ ਕਾਰਵੇਟ ਤੇ ਹਮਲਾ ਕੀਤਾ। ਇਸ ਤੋਂ ਇਲਾਵਾ ਸੈਂਟਕੋਮ ਦੇ ਅਨੁਸਾਰ ਜਹਾਜ਼ ਓਮਾਨ ਦੀ ਖਾੜੀ ਵਿੱਚ ਚਾਬਹਾਰ PR ਦੇ ਨੇੜੇ ਡੁੱਬ ਰਿਹਾ ਸੀ। ਬਿਆਨ ਵਿੱਚ ਇਹ ਵੀ ਕਿਹਾ ਗਿਆ ਕਿ ਈਰਾਨੀ ਹਥਿਆਰਬੰਦ ਬਲਾਂ IRGC ਅਤੇ ਪੁਲਿਸ ਨੂੰ ਆਤਮ ਸਮਰਪਣ ਕਰ ਦੇਣਾ ਚਾਹੀਦਾ ਹੈ ਅਤੇ ਜਹਾਜ਼ ਨੂੰ ਛੱਡ ਦੇਣਾ ਚਾਹੀਦਾ ਹੈ। ਹੈਦਰਾਬਾਦ ਸਥਿਤ ਈਰਾਨੀ ਕੰਸੂਲੇਟ ਨੇ ਸ਼ਿਨਹੁਆ ਤੇ ਇਹ ਵੀ ਦਾਅਵਾ ਕੀਤਾ ਕਿ ਜੇਬਲ ਅਲੀ ਐਕਰੇਂਜ ਤੇ ਅਮਰੀਕੀ ਜੰਗੀ ਜਹਾਜ਼ ਵਾਲੀ ਗੋਲਾ ਬਾਰੂਦ ਲੈ ਕੇ ਜਾ ਰਹੇ ਇੱਕ ਵਪਾਰੀ ਜਹਾਜ਼ ਨੂੰ 4 ਡਰੋਨਾਂ ਨੇ ਨਿਸ਼ਾਨਾ ਬਣਾਇਆ। ईरान ਦੇ ਅਨੁਸਾਰ ਜਹਾਜ਼ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਅਤੇ ਉਹ ਪੂਰੀ ਤਰ੍ਹਾਂ ਅਯੋਗ ਹੋ ਕੇ ਡਿੱਗ ਗਿਆ ਅਤੇ ਇਹ ਵੀ ਦਾਅਵਾ ਕੀਤਾ ਕਿ 4 ਬੈਲਿਸਟਿਕ ਮਿਜ਼ਾਈਲਾਂ ਅਤੇ 12 ਡਰੋਨਾਂ ਨੇ ਕੁਵੈਤ ਦੇ ਅਬਦੁੱਲਾ ਮੁਬਾਰਕ ਖੇਤਰ ਵਿੱਚ ਵੀ ਅਮਰੀਕੀ ਜਲ ਸੈਨਾ ਅੱਡੇ ਤੇ ਹਮਲਾ ਕੀਤਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਬੁਨਿਆਦੀ ਢਾਂਚਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ ਅਤੇ ਕਈ ਅਮਰੀਕੀ ਸੈਨਿਕ ਮਾਰੇ ਗਏ ਜਾਂ ਜ਼ਖਮੀ ਹੋਏ ਹਨ। ਇਨ੍ਹਾਂ ਦਾਅਵਿਆਂ ਦੀ ਵੀ ਸੁਤੰਤਰ ਤੌਰ ਤੇ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਰੱਖਿਆ ਮਾਹਰਾਂ ਦੇ ਅਨੁਸਾਰ ਬੈਲਿਸਟਿਕ ਮਿਜ਼ਾਈਲਾਂ ਨਾਲ ਜਹਾਜ਼ਾਂ ਤੇ ਹਮਲਾ ਕਰਨਾ ਇੱਕ ਮੁਕਾਬਲਤਨ ਨਵੀਂ ਰਣਨੀਤੀ ਹੈ। ਯਮਨ ਦੇ ਹੂਤੀ ਬਾਗੀਆਂ ਨੇ 2023 ਵਿੱਚ ਲਾਲ ਸਾਗਰ ਵਿੱਚ ਅਜਿਹੇ ਹਥਿਆਰਾਂ ਦੀ ਵਰਤੋਂ ਕੀਤੀ ਸੀ ਅਤੇ ਉਸ ਸਮੇਂ ਦੌਰਾਨ ਕਈ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀਗਾ। ਬ੍ਰਿਟੇਨ ਦੀ ਸਮੁੰਦਰੀ ਸੁਰੱਖਿਆ ਏਜੰਸੀ UK MTO ਨੇ ਕਿਹਾ ਹੈ ਕਿ ਅੱਜ ਹੋਰਮੁਜ਼ ਜਲਡਮਰੂ ਵਿੱਚ 2 ਜਹਾਜ਼ ਤੇ ਹਮਲਾ ਕੀਤਾ ਗਿਆ। ਇੱਕ ਓਮਾਨ ਦੇ ਤੱਟ ਤੋਂ ਬਾਹਰ ਸੀ ਅਤੇ ਦੂਜਾ ਸੰਯੁਕਤ ਅਰਬ ਅਮੀਰਾਤ ਦੇ ਤੱਟ ਤੋਂ ਬਾਹਰ। ਜਹਾਜ਼ਾਂ ਦੇ ਨਾਮ ਨਹੀਂ ਦੱਸੇ ਗਏ ਹਨ। ਖੇਤਰ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ, ਲੇਕਿਨ ਹਾਲੇ ਤੱਕ ਅਮਰੀਕਾ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਲੇਕਿਨ ਈਰਾਨ ਬਾਰ-ਬਾਰ ਇਹ ਦਾਅਵਾ ਕਰ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਹੈ ਅਤੇ ਇਸ ਦੇ ਵਿੱਚ ਉਹਨਾਂ ਦਾ ਵਾਹਕ ਜਹਾਜ਼ ਜੋ ਸੀ ਉਹ ਪੂਰੀ ਤਰੀਕੇ ਨਾਲ ਤਬਾਹ ਹੋ ਚੁੱਕਿਆ ਹੈ। ईरान ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਆਨ ਨੇ ਸੁਪਰੀਮ ਲੀਡਰ ਆਇਤੁੱਲਾ ਅਲੀ ਖਮੇਨੀ ਦੀ ਮੌਤ ਤੇ ਦੇਸ਼ ਨੂੰ ਸੰਬੋਧਨ ਕਰਦਿਆਂ ਇਸ ਨੂੰ ਅਮਰੀਕਾ ਅਤੇ ਇਜ਼ਰਾਈਲ ਦਾ ਸਾਂਝਾ ਅਪਰਾਧ ਦੱਸਿਆ ਹੈ। ਸਰਕਾਰੀ ਟੀਵੀ ਤੇ ਪ੍ਰਸਾਰਿਤ ਆਪਣੇ ਬਿਆਨ ਵਿੱਚ ਉਹਨਾਂ ਨੇ ਕਿਹਾ, ਖਮੇਨੀ ਦੀ ਹੱਤਿਆ ਸਿਰਫ ਇੱਕ ਵਿਅਕਤੀ ਦਾ ਕਤਲ ਨਹੀਂ ਸਗੋਂ ਸਮੁੱਚੇ ਮੁਸਲਮਾਨਾਂ ਅਤੇ ਖਾਸ ਕਰਕੇ ਸ਼ੀਆ ਭਾਈਚਾਰੇ ਵਿਰੁੱਧ ਖੁੱਲੀ ਜੰਗ ਦਾ ਐਲਾਨ ਹੈ। ਰਾਸ਼ਟਰਪਤੀ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਇਸ ਇਤਿਹਾਸਕ ਗੁਨਾਹ ਦੇ ਸਾਜ਼ਿਸ਼ਕਾਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਬਦਲਾ ਲੈਣਾ ਈਰਾਨ ਦਾ ਜਾਇਜ਼ ਹੱਕ ਅਤੇ ਫਰਜ਼ ਹੈ। ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖਾਮੇਨੀ ਦੀ ਮੌਤ ਦੀ ਪੁਸ਼ਟੀ ਕਰਦਿਆਂ ਇਸ ਨੂੰ ਈਰਾਨੀ ਲੋਕਾਂ ਲਈ ਆਪਣਾ ਦੇਸ਼ ਵਾਪਸ ਲੈਣ ਦਾ ਇੱਕ ਸੁਨਹਿਰੀ ਮੌਕਾ ਵੀ ਦੱਸਿਆ ਹੈ। ਸੋ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਵੀ ਈਰਾਨੀ ਜਨਤਾ ਨੂੰ ਇਸ ਮੌਕੇ ਦਾ ਫਾਇਦਾ ਉਠਾਉਣ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਖਾਮੇਨੀ 1999 ਤੋਂ ਈਰਾਨ ਦੇ ਸਰਵਉੱਚ ਨੇਤਾ ਸਨ ਅਤੇ ਉਹਨਾਂ ਦੀ ਮੌਤ ਨੇ ਦੇਸ਼ ਵਿੱਚ ਇੱਕ ਵੱਡਾ ਸਿਆਸੀ ਅਤੇ ਧਾਰਮਿਕ ਖਲਾਅ ਪੈਦਾ ਕਰ ਦਿੱਤਾ ਹੈ। ਈਰਾਨ ਸਰਕਾਰ ਨੇ ਦੇਸ਼ ਵਿੱਚ 40 ਦਿਨਾਂ ਦੇ ਸੋਗ ਦਾ ਐਲਾਨ ਕੀਤਾ ਹੋਇਆ ਹੈ ਅਤੇ ਖਾਮੇਨੀ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਤਹਿਰਾਨ ਸਮੇਤ ਈਰਾਨ ਦੇ ਕਈ ਵੱਡੇ ਸ਼ਹਿਰਾਂ ਵਿੱਚ ਲੱਖਾਂ ਲੋਕ ਸੜਕਾਂ ਤੇ ਉਤਰ ਆਏ ਹਨ ਅਤੇ ਅਮਰੀਕਾ ਤੇ ਇਜ਼ਰਾਈਲ ਦੇ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਹਨ। ईरान ने पहला ही कुछ जवाबी हमले शुरू कर दिए हैं, जिस कारण खेतरी तनाव अपने शिखर ते पहुंच गया है। महाराज ਦਾ ਇਹ ਮੰਨਣਾ ਹੈ ਕਿ ਇਹ ਘਟਨਾ ਮੱਧ ਪੂਰਬ ਵਿੱਚ ਇੱਕ ਵੱਡੀ ਅਤੇ ਸਰਵ ਵਿਆਪਕ ਜੰਗ ਦੀ ਸ਼ੁਰੂਆਤ ਹੋ ਸਕਦੀ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਈਰਾਨ ਦੀ ਫੌਜੀ ਕਾਰਵਾਈ ਅਤੇ ਸੱਤਾ ਤਬਦੀਲੀ ਦੀ ਪ੍ਰਕਿਰਿਆ ਦੁਨੀਆ ਭਰ ਦੀ ਨਜ਼ਰ ਵਿੱਚ ਰਹੇਗੀ ਅਤੇ ਲੋਕ ਦੇਖਣਾ ਚਾਹੁੰਦੇ ਹਨ ਕਿ ਆਖਰ ਈਰਾਨ ਦੇ ਵਿੱਚ ਕੀ ਬਦਲਾਅ ਆਉਣਗੇ ਜਾਂ ਫਿਰ ਈਰਾਨ ਦੇ ਵਿੱਚ ਹਾਲਾਤ ਉਸੇ ਤਰੀਕੇ ਦੇ ਨਾਲ ਬਰਕਰਾਰ ਰਹਿਣਗੇ ਜਿਸ ਤਰੀਕੇ ਦੇ ਨਾਲ ਖਾਮੇਨੀ ਦੇ ਸਮੇਂ ਦੇ ਵਿੱਚ ਸੀਗੇ ਅਤੇ ਲੋਕਾਂ ਦੇ ਵਿੱਚ ਡਰ ਪੈਦਾ ਹੋਏਗਾ ਜਾਂ ਖੁਸ਼ੀ, ਇਹ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ। ਇੱਕ ਪਾਸੇ ਈਰਾਨ ਇਜ਼ਰਾਈਲ ਤੇ ਅਮਰੀਕਾ ਦੀ ਜੰਗ ਤੇ ਦੂਜੇ ਪਾਸੇ ਅਫਗਾਨਿਸਤਾਨ ਅਤੇ ਪਾਕਿਸਤਾਨ ਦੀ ਇਹਨਾਂ ਵਿਚਕਾਰ ਚੱਲ ਰਹੀ ਜੰਗ ਨੇ ਉਸ ਵੇਲੇ ਭਿਆਨਕ ਰੂਪ ਧਾਰ ਲਿਆ ਜਦੋਂ ਤਾਲਿਬਾਨ ਦੀ ਹਵਾਈ ਸੈਨਾ ਨੇ ਪਾਕਿਸਤਾਨ ਦੇ ਅੰਦਰ ਵੜ ਕੇ ਕਈ ਰਣਨੀਤਿਕ ਫੌਜੀ ਟਿਕਾਣਿਆਂ ਤੇ ਜ਼ੋਰਦਾਰ ਹਵਾਈ ਹਮਲੇ ਕੀਤੇ।
ਅਫਗਾਨ ਰੱਖਿਆ ਮੰਤਰਾਲੇ ਨੇ ਅਧਿਕਾਰਤ ਤੌਰ ਤੇ ਪੁਸ਼ਟੀ ਕੀਤੀ ਹੈ ਕਿ ਉਹਨਾਂ ਦੇ ਲੜਾਕੂ ਜਹਾਜ਼ਾਂ ਨੇ ਰਾਵਲਪਿੰਡੀ ਸਥਿਤ ਪਾਕਿਸਤਾਨੀ ਹਵਾਈ ਸੈਨਾ ਦੇ ਅਤੀ ਮਹੱਤਵਪੂਰਨ ਨੂਰ ਖਾਨ 에ਅਰਬੇਸ ਨੂੰ ਨਿਸ਼ਾਨਾ ਬਣਾਇਆ। ਇਹ ਹਮਲਾ ਪਾਕਿਸਤਾਨੀ ਫੌਜ ਲਈ ਇੱਕ ਵੱਡੀ ਚੁਣੌਤੀ ਮੰਨਿਆ ਜਾ ਰਿਹਾ ਹੈ ਕਿਉਂਕਿ ਰਾਵਲਪਿੰਡੀ ਪਾਕਿਸਤਾਨੀ ਫੌਜ ਦਾ ਮੁੱਖ ਗੜ੍ਹ ਹੈ। ਅਫਗਾਨਿਸਤਾਨ ਦੇ ਵੱਲੋਂ ਜਾਰੀ ਬਿਆਨ ਅਨੁਸਾਰ ਇਹ ਕਾਰਵਾਈ ਪਾਕਿਸਤਾਨ ਫੌਜ ਦੁਆਰਾ ਕਾਬੁਲ ਅਤੇ ਬਗਰਾਮ ਤੇ ਕੀਤੇ ਗਏ ਹਾਲੀਆ ਹਵਾਈ ਹਮਲਿਆਂ ਦਾ ਬਦਲਾ ਲੈਣ ਦੇ ਲਈ ਕੀਤੀ ਗਈ ਹੈ। ਨੂਰ ਖਾਨ 에ਅਰਬੇਸ ਤੋਂ ਇਲਾਵਾ ਤਾਲਿਬਾਨ ਨੇ ਬਲੋਚਿਸਤਾਨ ਦੇ ਕਵੇਟਾ ਵਿੱਚ 12ਵੀਂ ਡਿਵੀਜ਼ਨ ਦੇ ਮੁੱਖ ਦਫ਼ਤਰ ਅਤੇ ਖੈਬਰ ਪਖਤੂਨਖਵਾ ਦੀ ਮੁਹੰਮਦ ਏਜੰਸੀ ਵਿੱਚ ਸਥਿਤ ਖਵਾਜੀ ਕੈਂਪ ਤੇ ਵੀ ਸਟੀਕ ਨਿਸ਼ਾਨੇ ਲਗਾਏ ਹਨ। ਅਫਗਾਨ ਰੱਖਿਆ ਮੰਤਰਾਲੇ ਦਾ ਦਾਅਵਾ ਹੈ ਕਿ ਇਨ੍ਹਾਂ ਹਮਲਿਆਂ ਵਿੱਚ ਪਾਕਿਸਤਾਨੀ ਫੌਜੀ ਸਥਾਪਨਾਵਾਂ ਅਤੇ ਕਮਾਂਡ ਕੇਂਦਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ। ਇਸ ਤਾਜ਼ਾ ਹਮਲੇ ਨੇ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਤਣਾਅ ਨੂੰ ਸਿਖਰ ਤੇ ਪਹੁੰਚਾ ਦਿੱਤਾ, ਜਿਸ ਨਾਲ ਪੂਰੇ ਖੇਤਰ ਵਿੱਚ ਅਸਥਿਰਤਾ ਦਾ ਖਤਰਾ ਵੱਧ ਗਿਆ ਹੈ। ਪਾਕਿਸਤਾਨੀ ਫੌਜ ਵੱਲੋਂ ਅਜੇ ਤੱਕ ਇਸ ਨੁਕਸਾਨ ਦੀ ਅਧਿਕਾਰਤ ਪੁਸ਼ਟੀ ਜਾਂ ਜਵਾਬੀ ਕਾਰਵਾਈ ਬਾਰੇ ਕੋਈ ਵਿਸਤਾਰਪੂਰਵਕ ਬਿਆਨ ਸਾਹਮਣੇ ਨਹੀਂ ਆਇਆ, ਪਰ ਸਰਹੱਦੀ ਇਲਾਕਿਆਂ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪਾਕਿਸਤਾਨ ਦੇ ਵਿੱਚ ਘੱਟ ਗਿਣਤੀਆਂ ਦੇ ਧਾਰਮਿਕ ਸਥਾਨਾਂ ਦੀ ਬਦਹਾਲੀ ਅਤੇ ਉਹਨਾਂ ਨੂੰ ਵੇਚਣ ਦਾ ਇੱਕ ਹੋਰ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਜੀ। ਖੈਬਰ ਪਖਤੂਨਖਵਾ ਸੂਬੇ ਦੇ ਐਬਟਾਬਾਦ ਵਿੱਚ ਸਥਿਤ 19ਵੀਂ ਸਦੀ ਦੇ ਇਤਿਹਾਸਕ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੀ ਇਮਾਰਤ ਨੂੰ ਇੱਕ ਸਰਕਾਰੀ ਅਧਿਕਾਰੀ ਨੇ ਕਥਿਤ ਤੌਰ ਤੇ 1 ਕਰੋੜ ਪਾਕਿਸਤਾਨੀ ਰੁਪਏ ਦੀ ਰਿਸ਼ਵਤ ਲੈ ਕੇ ਇੱਕ ਸਥਾਨਕ ਨਿਵਾਸੀ ਨੂੰ ਵੇਚ ਦਿੱਤਾ। ਹੱਦ ਤਾਂ ਉਦੋਂ ਹੋ ਗਈ ਜਦੋਂ ਅਧਿਕਾਰੀ ਨੇ ਇਸ ਪਵਿੱਤਰ ਸਥਾਨ ਨੂੰ ਢਾਹ ਕੇ ਉੱਥੇ ਕੱਪੜਿਆਂ ਦਾ ਬੁਟੀਕ ਬਣਾਉਣ ਦੀ ਇਜਾਜ਼ਤ ਵੀ ਦੇ ਦਿੱਤੀ। ਖਾਲਸਾ ਬਾਕਸ ਦੀ ਰਿਪੋਰਟ ਅਨੁਸਾਰ ਇਵੈਕਿਊ ਟਰਸਟ ਪ੍ਰਾਪਰਟੀ ਬੋਰਡ, ਜਿਸ ਦੀ ਜ਼ਿੰਮੇਵਾਰੀ ਘੱਟ ਗਿਣਤੀਆਂ ਦੇ ਧਾਰਮਿਕ ਸਥਾਨਾਂ ਦੀ ਰਾਖੀ ਕਰਨਾ ਹੈ, ਉਸਦੇ ਅਧਿਕਾਰੀ ਨੇ ਗੁਰਦੁਆਰਾ ਸਾਹਿਬ ਦਾ ਕਬਜ਼ਾ ਵਾਹਿਦ ਬਾਲਾ ਨਾਮ ਦੇ ਵਿਅਕਤੀ ਨੂੰ ਸੌਂਪ ਦਿੱਤਾ। ਖਰੀਦਦਾਰ ਨੇ ਇਸ ਜ਼ਮੀਨ ਨੂੰ ਆਪਣੀਆਂ 2 ਪਤਨੀਆਂ ਰੀਦਾ ਜਾਦੂਨ ਅਤੇ ਆਇਸ਼ਾ ਵਾਹਿਦ ਦੇ ਨਾਮ ਰਜਿਸਟਰ ਕਰਵਾਇਆ ਹੈ, ਜਿੱਥੇ ਉਹ ਹੁਣ ਆਪਣਾ ਬੁਟੀਕ ਖੋਲ੍ਹਣ ਦੀ ਤਿਆਰੀ ਕਰ ਰਹੇ ਹਨ। ਸਿੱਖ ਰਾਜ ਦੀ ਨਿਸ਼ਾਨੀ ਹੈ ਇਹ ਗੁਰਦੁਆਰਾ 1818 ਤੋਂ 1849 ਦੇ ਵਿਚਕਾਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਬਣਾਇਆ ਗਿਆ ਸੀਗਾ। ਅੱਜ ਵੀ ਗੁਰਦੁਆਰੇ ਦੇ ਮੁੱਖ ਗੇਟ ਤੇ ਗੁਰਮੁਖੀ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਲਿਖਿਆ ਹੋਇਆ ਹੈ ਅਤੇ ਦੀਵਾਨ ਹਾਲ ਦੇ ਬਾਹਰ ਸੱਚਖੰਡੀ ਵਸਾਈ ਨਿਰੰਕਾਰ ਲਿਖਿਆ ਹੋਇਆ ਹੈ। ਸਾਫ਼ ਨਜ਼ਰ ਆਉਂਦਾ ਹੈ ਐਬਟਾਬਾਦ ਦੇ ਜਿਸ ਬਾਜ਼ਾਰ ਵਿੱਚ ਇਹ ਸਥਿਤ ਹੈ ਉਸ ਨੂੰ ਅੱਜ ਵੀ ਲੋਕ ਗੁਰਦੁਆਰਾ ਬਾਜ਼ਾਰ ਅਤੇ ਉਸ ਗਲੀ ਨੂੰ ਗੁਰਦੁਆਰਾ ਵਾਲੀ ਗਲੀ ਦੇ ਨਾਮ ਨਾਲ ਜਾਣਦੇ ਹਨ। ਪਾਕਿਸਤਾਨੀ ਸਿੱਖਾਂ ਨੇ ਇਸ ਘਟਨਾ ਦੀ ਸਖਤ ਨਿੰਦਾ ਕਰਦਿਆਂ ਦੋਸ਼ੀ ਅਧਿਕਾਰੀ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ETPB ਕਈ ਸਾਲਾਂ ਤੋਂ ਗੁਰਦੁਆਰਾ ਕੰਪਲੈਕਸ ਦੀਆਂ ਦੁਕਾਨਾਂ ਤੋਂ ਕਿਰਾਇਆ ਵਸੂਲ ਰਿਹਾ ਹੈ, ਪਰ ਇਮਾਰਤ ਦੀ ਮੁਰੰਮਤ ਕਰਨ ਦੀ ਬਜਾਏ ਹੁਣ ਇਸ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਗਈ ਹੈ। ਸਿੱਖਾਂ ਨੇ ਪਾਕਿਸਤਾਨੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਇਤਿਹਾਸਕ ਵਿਰਾਸਤ ਨੂੰ ਢਾਉਣ ਤੋਂ ਬਚਾਇਆ ਜਾਵੇ। ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਹੋਰ ਵੀ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਐਲਾਨ ਕੀਤਾ ਹੈ ਕਿ ਈਰਾਨ ਵਿਰੁੱਧ ਇਜ਼ਰਾਈਲ ਦੇ ਹਮਲੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਤੇਜ਼ ਅਤੇ ਘਾਤਕ ਹੋਣਗੇ। ਰੱਖਿਆ ਮੰਤਰੀ ਇਜ਼ਰਾਈਲ ਕਾਰਸ IDF ਚੀਫ ਅਤੇ ਮੋਸਾਦ ਮੁਖੀ ਡੇਵਿਡ ਬਾਰਨੀਆ ਨਾਲ ਇੱਕ ਅਹਿਮ ਮੀਟਿੰਗ ਤੋਂ ਬਾਅਦ ਨੇਤਨਯਾਹੂ ਨੇ ਕਿਹਾ ਕਿ ਸਾਡੀਆਂ ਫੌਜਾਂ ਹੁਣ ਤਹਿਰਾਨ ਦੇ ਦਿਲ ਵਿੱਚ ਵੱਧਦੀ ਤੀਬਰਤਾ ਨਾਲ ਹਮਲੇ ਕਰ ਰਹੀਆਂ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਹਮਲੇ ਹੋਰ ਵੀ ਜ਼ਿਆਦਾ ਵਧਣਗੇ। ਨੇਤਨਯਾਹੂ ਨੇ ਕਿਹਾ ਹੈ ਕਿ ਅਮਰੀਕਾ ਤੇ ਇਜ਼ਰਾਈਲ ਦੀ ਸਾਂਝੀ ਤਾਕਤ ਨੇ ਉਹਨਾਂ ਨੂੰ ਉਹ ਕਰਨ ਦਾ ਮੌਕਾ ਦਿੱਤਾ ਹੈ ਜਿਸ ਦੀ ਉਹ ਪਿਛਲੇ 40 ਸਾਲਾਂ ਤੋਂ ਉਡੀਕ ਕਰ ਰਹੇ ਸਨ। ਉਹਨਾਂ ਨੇ ਵੀ ਕਿਹਾ ਉਹ ਇਸ ਅੱਤਵਾਦੀ ਸ਼ਾਸਨ ਤੇ ਨਿਰਣਾਇਕ ਹਮਲਾ ਕਰਨ ਦਾ ਆਪਣਾ ਵਾਅਦਾ ਪੂਰਾ ਕਰਨਗੇ। ਈਰਾਨ ਵੱਲੋਂ ਇਜ਼ਰਾਈਲ ਤੇ ਕੀਤੇ ਗਏ ਜਵਾਬੀ ਹਮਲਿਆਂ ਦਾ ਜ਼ਿਕਰ ਕਰਦਿਆਂ ਨੇਤਨਯਾਹੂ ਨੇ ਮੰਨਿਆ ਕਿ ਇਹ ਇਜ਼ਰਾਈਲ ਲਈ ਦਰਦਨਾਕ ਦਿਨ ਹਨ। ਉਹਨਾਂ ਨੇ ਤੇਲ ਅਵੀਵ ਅਤੇ ਬੇਤ ਸ਼ੇਮੇਸ਼ ਵਿੱਚ ਹੋਏ ਈਰਾਨੀ ਹਮਲਿਆਂ ਦੇ ਪੀੜਿਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਵੀ ਕੀਤੀ ਹੈ। ਅਮਰੀਕਾ ਇਜ਼ਰਾਈਲ ਅਤੇ ਈਰਾਨ ਵਿਚਾਲੇ ਜਾਰੀ ਜੰਗ ਵਿੱਚ ਹਿਜ਼ਬੁੱਲਾ ਦੀ ਐਂਟਰੀ ਹੋ ਚੁੱਕੀ ਹੈ। ਹਿਜ਼ਬੁੱਲਾ ਈਰਾਨ ਤੇ ਹਮਲਿਆਂ ਦਾ ਜਵਾਬ ਦੇ ਰਿਹਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਹਿਜ਼ਬੁੱਲਾ ਦੇ ਇਜ਼ਰਾਈਲ ਤੇ ਹਮਲੇ ਤੋਂ ਬਾਅਦ ਲੈਬਨਾਨ ਨੇ ਇਜ਼ਰਾਈਲੀ ਹਵਾਈ ਹਮਲਿਆਂ ਵਿੱਚ ਘੱਟੋ-ਘੱਟ 31 ਲੋਕ ਮਾਰੇ ਗਏ ਹਨ।
ਲੈਬਨਾਨ ਦੇ ਸਿਹਤ ਮੰਤਰਾਲੇ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਹਮਲਿਆਂ ਵਿੱਚ 149 ਲੋਕ ਜ਼ਖਮੀ ਵੀ ਹੋਏ ਹਨ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮ੍ਰਿਤਕਾਂ ਵਿੱਚੋਂ ਲਗਭਗ 2/3 ਦੱਖਣੀ ਲੈਬਨਾਨ ਵਿੱਚ ਸਨ। ਅਮਰੀਕਾ ਤੇ ਇਜ਼ਰਾਈਲ ਵੱਲੋਂ ਈਰਾਨ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਦੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਹਿਜ਼ਬੁੱਲਾ ਦੇ ਹਮਲਿਆਂ ਅਤੇ ਇਜ਼ਰਾਈਲੀ ਜਵਾਬੀ ਹਮਲਿਆਂ ਨੇ ਮੱਧ ਪੂਰਬ ਵਿੱਚ ਚੱਲ ਰਹੀ ਜੰਗ ਨੂੰ ਵਧਾ ਦਿੱਤਾ ਹੈ। ਇਸ ਦੌਰਾਨ ਜਿਵੇਂ ਕਿ ਕੁਵੈਤ ਤੇ ਲਗਾਤਾਰ ਜਾਰੀ ਹਮਲਿਆਂ ਵਿਚਕਾਰ ਅਮਰੀਕਾ ਨੇ ਉੱਥੇ ਮੌਜੂਦ ਅਮਰੀਕੀਆਂ ਨੂੰ ਲੁਕ ਜਾਣ ਅਤੇ ਘਰ ਦੇ ਅੰਦਰ ਰਹਿਣ ਲਈ ਇੱਕ ਜ਼ਰੂਰੀ ਚੇਤਾਵਨੀ ਜਾਰੀ ਕੀਤੀ ਹੈ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਬਿਨਾਂ ਜ਼ਿਆਦਾ ਜਾਣਕਾਰੀ ਦੇ ਦੁੱਧਘਰ ਵਿੱਚ ਨਾ ਆਓ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀ ਅਪੀਲ ਲੋਕਾਂ ਨੂੰ ਕੀਤੀ ਗਈ ਹੈ। ਫਿਲਹਾਲ ਹੁਣ ਜਾਨੀ ਨੁਕਸਾਨ ਦੀ ਖਬਰਾਂ ਵੀ ਸਾਹਮਣੇ ਆਉਣੀਆਂ ਸ਼ੁਰੂ ਹੋ ਚੁੱਕੀਆਂ ਹਨ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਹੌਲੀ-ਹੌਲੀ ਜੋ ਗਿਣਤੀ ਹੈ ਹੋਰ ਵੀ ਜ਼ਿਆਦਾ ਵੱਧ ਸਕਦੀ ਹੈ। ਫਿਲਹਾਲ ਇਹ ਹਮਲੇ ਜਿਹੜੇ ਰੁਕਣ ਦਾ ਨਾਮ ਨਹੀਂ ਲੈ ਰਹੇ ਨੇ, ਜਿਵੇਂ ਕਿ ਡੋਨਾਲਡ ਟਰੰਪ ਤੇ ਨੇਤਨਯਾਹੂ ਨੇ ਕਿਹਾ ਹੈ ਕਿ ਇਹ ਹਮਲੇ ਜਿਹੜੇ ਹੋਰ ਵੀ ਜ਼ਿਆਦਾ ਵੱਧ ਸਕਦੇ ਹਨ। ਸੋ ਇਹ ਸੀ ਜੀ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਅਪਡੇਟਸ। ਹੋਰ ਅਪਡੇਟਸ ਲੈ ਕੇ ਮੈਂ ਫਿਰ ਤੋਂ ਹਾਜ਼ਰ ਹੋਵਾਂਗੀ। ਤੁਸੀਂ ਬਣੇ ਰਹਿਣਾ ਸਾਡੇ ਚੈਨਲ ਪੰਜਾਬ ਮਿਲੀ USA TV ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।